ਦੋ ਅਭਾਜ ਸੰਖਿਆਵਾਂ ਦਾ ਮਹੱਤਮ ਸਮਾਪਵਰਤਕ ਕੀ ਹੋਵੇਗਾ? ਇਹਦੇ ਵਾਸਤੇ ਅਸੀਂ ਕੋਈ ਵੀ ਜੋ ਹੈ ਦੋ ਅਭਾਜ ਸੰਖਿਆਵਾਂ ਆਪਣੇ ਆਪ ਲੈ ਕੇ ਜੋ ਹੈ ਉਹਨਾਂ ਦਾ ਮਹੱਤਮ ਸਮਾਪਵਰਤਕ ਜੋ ਹੈ ਕੱਢ ਕੇ ਦੇਖ ਸਕਦੇ ਹਾਂ। ਇਹਨਾਂ ਨੇ ਕੋਈ ਸੰਖਿਆਵਾਂ ਜੋ ਹੈ ਪਹਿਲਾਂ ਤੋਂ ਸਾਨੂੰ ਦਿੱਤੀਆਂ ਨਹੀਂ ਨੇ, ਬਸ ਸਾਨੂੰ ਜੋ ਹੈ ਕਿਹਾ ਵੀ ਅਭਾਜ ਸੰਖਿਆਵਾਂ ਦਾ ਜੋ ਹੈ ਮਹੱਤਮ ਸਮਾਪਵਰਤਕ ਦੱਸੋ। ਠੀਕ ਹੈ, ਤਾਂ ਇਹਦੇ ਵਾਸਤੇ ਕੋਈ ਵੀ ਦੋ ਜੋ ਹੈ ਅਭਾਜ ਸੰਖਿਆਵਾਂ ਅਸੀਂ ਲੈ ਲੈਂਦੇ ਹਾਂ। ਹਾਂਜੀ, ਜਿਵੇਂ ਇੱਕ ਜੋ ਹੈ ਮੈਂ 3 ਜੋ ਹੈ ਲੈ ਰਿਹਾ ਹਾਂ ਤੇ ਇੱਕ ਜੋ ਹੈ 5। ਦੇਖੋ, ਜੋ 3 ਹੈ ਉਸ ਨੂੰ ਮੈਂ 3 ਗੁਣਾ 1 ਲਿਖ ਸਕਦਾ ਹਾਂ, ਤੇ ਜੋ 5 ਹੈ ਉਸ ਨੂੰ ਵੀ ਜੋ ਹੈ ਮੈਂ 5 ਗੁਣਾ 1 ਲਿਖ ਸਕਦਾ ਹਾਂ। ਹੁਣ ਵੈਸੇ ਤਾਂ 3 ਤੇ 5 ਦੇ ਵਿੱਚ ਕੋਈ ਵੀ ਜੋ ਹੈ ਸਾਂਝਾ ਗੁਣਨਖੰਡ ਨਹੀਂ ਹੈ। ਸਾਨੂੰ ਮਹੱਤਮ ਸਮਾਪਵਰਤਕ ਵਾਸਤੇ ਸਾਂਝਾ ਗੁਣਨਖੰਡ ਜੋ ਹੈ ਚਾਹੀਦਾ ਹੁੰਦਾ ਹੈ। ਤੇ ਹੁਣ ਅਸੀਂ 3 ਨੂੰ 3 ਗੁਣਾ 1 ਲਿਖਿਆ ਹੈ, 5 ਨੂੰ 5 ਗੁਣਾ 1 ਲਿਖਿਆ ਹੈ। ਤਾਂ ਇਸ ਦੇ ਨਾਲ ਹੋਇਆ ਕਿ ਜੋ ਇਹ 1 ਹੈ ਇਹ ਸਾਂਝਾ ਗੁਣਨਖੰਡ ਆ ਰਿਹਾ ਹੈ 3 ਤੇ 5 ਦਾ। ਠੀਕ ਹੈ, ਅਗਰ ਜੇਕਰ ਅਸੀਂ ਇਹਨਾਂ ਨੂੰ 1 ਦੇ ਨਾਲ ਗੁਣਾ ਕਰ ਵੀ ਦਿੰਦੇ ਹਾਂ ਕੋਈ ਫਰਕ ਤਾਂ ਪੈਣਾ ਨਹੀਂ ਹੈ। 3 ਨੂੰ 1 ਨਾਲ ਗੁਣਾ ਕਰ ਦਿਓ ਤਾਂ ਵੀ ਉਸਨੇ 3 ਰਹਿਣਾ ਹੈ, 5 ਨੂੰ 1 ਨਾਲ ਗੁਣਾ ਕਰ ਦਿਓ ਤਾਂ ਵੀ ਉਸਨੇ ਜੋ ਹੈ 5 ਹੀ ਰਹਿਣਾ ਹੈ। ਤੇ ਇਹਨਾਂ ਦੋਵਾਂ ਦਾ ਸਾਂਝਾ ਗੁਣਨਖੰਡ ਅਸੀਂ ਲਿਖ ਸਕਦੇ ਹਾਂ 1 ਨੂੰ। ਠੀਕ ਹੈ, ਹਾਂਜੀ, ਤਾਂ 3 ਅਤੇ 5 ਜਿਹੜੀਆਂ ਕਿ ਦੋ ਅਭਾਜ ਸੰਖਿਆਵਾਂ ਨੇ ਉਹਨਾਂ ਦਾ ਮਹੱਤਮ ਸਮਾਪਵਰਤਕ ਜੋ ਹੈ 1 ਹੈ। ਇਵੇਂ ਹੀ ਤੁਸੀਂ ਕੋਈ ਵੀ ਜੋ ਹੈ ਅਭਾਜ ਸੰਖਿਆ ਲੈ ਸਕਦੇ ਹੋ, ਜਿਵੇਂ 19 ਲੈ ਲਓ ਤੇ 23 ਲੈ ਲਓ। ਠੀਕ ਹੈ, ਇਹ ਕਿਸੇ ਦੇ ਪਹਾੜੇ ਤੇ ਤਾਂ ਮਤਲਬ ਕੱਟਦੀਆਂ ਤਾਂ ਹੈ ਨਹੀਂ ਨੇ। 19 ਨੂੰ ਜਾਂ ਤਾਂ ਸਿਰਫ ਇੱਕ ਭਾਗ ਦੇ ਸਕਦਾ ਹੈ ਜਾਂ 19 ਖੁਦ ਦੇ ਸਕਦਾ ਹੈ। 23 ਨੂੰ ਵੀ ਜੋ ਹੈ ਜਾਂ ਤਾਂ ਇੱਕ ਭਾਗ ਦੇ ਸਕਦਾ ਹੈ ਜਾਂ 23 ਦੇ ਸਕਦਾ ਹੈ। ਤੇ ਇਹ ਸੰਖਿਆਵਾਂ ਜੋ ਹੈ ਅਭਾਜ ਸੰਖਿਆਵਾਂ ਨੇ। 19 ਨੂੰ ਅਸੀਂ ਲਿਖ ਸਕਦੇ ਹਾਂ 19 ਗੁਣਾ 1 ਤੇ 23 ਨੂੰ ਅਸੀਂ ਲਿਖ ਸਕਦੇ ਹਾਂ 23 ਗੁਣਾ 1। ਠੀਕ ਹੈ, ਹੁਣ ਜ਼ਰਾ ਧਿਆਨ ਦੇ ਨਾਲ ਦੇਖੋ ਵੀ ਇਹਨਾਂ ਦੇ ਵਿੱਚ ਸਾਂਝਾ ਗੁਣਨਖੰਡ ਕਿਹੜਾ ਹੈ। ਸਾਂਝਾ ਗੁਣਨਖੰਡ ਸਿਰਫ ਇੱਕ ਹੀ ਹੈ। ਤਾਂ ਇਹਨਾਂ ਦੋਵਾਂ ਦਾ ਦੋ ਅਭਾਜ ਸੰਖਿਆਵਾਂ ਦਾ ਜੋ ਮਹੱਤਮ ਸਮਾਪਵਰਤਕ ਹੈ ਉਹ ਜੋ ਹੈ 1 ਹੈ। ਇੱਦਾਂ ਦੇ ਤੁਸੀਂ ਕੋਈ ਵੀ ਜੋ ਹੈ ਦੋ ਅਭਾਜ ਸੰਖਿਆਵਾਂ ਦੇ ਐਗਜ਼ਾਮਪਲ ਲੈ ਕੇ ਜੋ ਹੈ ਦੇਖ ਸਕਦੇ ਹੋ ਵੀ ਮਹੱਤਮ ਸਮਾਪਵਰਤਕ ਜੋ ਹੈ ਉਹਨਾਂ ਦੇ ਵਿੱਚ ਜੋ ਹੈ ਹਮੇਸ਼ਾ ਹੀ 1 ਹੀ ਜੋ ਹੈ ਆਏਗਾ। ਠੀਕ ਹੈ, ਹਾਂਜੀ, ਦੋ ਅਭਾਜ ਸੰਖਿਆਵਾਂ ਦਾ ਮਹੱਤਮ ਸਮਾਪਵਰਤਕ ਜੋ ਹੈ 1 ਹੋਵੇਗਾ। ਅਗਲਾ ਸਵਾਲ ਹੈ ਜੀ, ਸਕੂਲ ਵਿੱਚ 3 ਘੰਟੀਆਂ ਕ੍ਰਮਵਾਰ 10 ਮਿੰਟ 15 ਮਿੰਟ ਅਤੇ 20 ਮਿੰਟ ਬਾਅਦ ਵੱਜਦੀਆਂ ਹਨ। ਜੇਕਰ 3 ਘੰਟੀਆਂ ਸਵੇਰੇ 9 ਵਜੇ ਇਕੱਠੀਆਂ ਵੱਜੀਆਂ ਹੋਣ ਤਾਂ ਦੁਬਾਰਾ ਘੱਟੋ ਘੱਟ ਕਿੰਨੇ ਵਜੇ ਇਕੱਠੀਆਂ ਵੱਜਣਗੀਆਂ? ਤਾਂ ਦੇਖੋ, ਸਕੂਲ ਦੇ ਵਿੱਚ 3 ਘੰਟੀਆਂ ਜੋ ਹੈ ਉਹ ਕ੍ਰਮਵਾਰ 10 ਮਿੰਟ 15 ਮਿੰਟ ਅਤੇ 20 ਮਿੰਟ ਬਾਅਦ ਜੋ ਹੈ ਵੱਜਦੀਆਂ ਨੇ। ਤੇ ਤਿੰਨੋਂ ਘੰਟੀਆਂ ਸਵੇਰੇ ਜੋ ਹੈ ਉਹ 9 ਵਜੇ ਜੋ ਹੈ ਇਕੱਠੀਆਂ ਵੱਜੀਆਂ ਨੇ। ਤੇ ਸਾਨੂੰ ਇਹ ਦੱਸਣਾ ਹੈ ਵੀ ਦੁਬਾਰਾ ਉਹ ਘੱਟੋ ਘੱਟ ਕਿੰਨੇ ਵਜੇ ਇਕੱਠੀਆਂ ਵੱਜਣਗੀਆਂ। ਇਹਦੇ ਵਾਸਤੇ ਅਸੀਂ ਕਰਾਂਗੇ ਕਿ 10 15 ਤੇ 20 ਮਿੰਟ ਦਾ ਲਘੁੱਤਮ ਸਮਾਪਵਰਤਕ ਜਾਂ LCM ਜੋ ਹੈ ਅਸੀਂ ਕੱਢਾਂਗੇ। ਤਾਂ ਪਹਿਲਾਂ ਕੱਢ ਕੇ ਦੇਖ ਲੈਂਦੇ ਹਾਂ 10 15 ਅਤੇ 20 ਮਿੰਟ ਦਾ ਲਘੁੱਤਮ ਸਮਾਪਵਰਤਕ। ਹਾਂਜੀ, 10 15 ਤੇ 20। ਇਹਨਾਂ 'ਚੋਂ 15 ਜੋ ਹੈ ਉਹ ਟਾਂਕ ਸੰਖਿਆ ਹੈ, 10 ਤੇ 20 ਜੋ ਹੈ ਉਹ ਜਿਸ ਸੰਖਿਆਵਾਂ ਨੇ ਉਹਨਾਂ ਦਾ ਇਕਾਈ ਦਾ ਅੰਕ ਜੋ ਹੈ ਉਹ ਸਿਫਰ ਹੈ। ਤਾਂ 2 ਪੰਜੇ 10 ਹੋ ਗਿਆ, 15 ਜੋ ਹੈ ਐਜ਼ ਇਟ ਇਜ਼, ਤੇ 2 10 20 ਹੋ ਗਿਆ। ਹਾਂਜੀ, ਹਾਲੇ ਵੀ ਜੋ ਹੈ 2 ਨਾਲ ਭਾਗ ਦੇ ਸਕਦੇ ਹਾਂ, 5 ਤੇ 15 ਐਜ਼ ਇਟ ਇਜ਼, ਤੇ 2 ਪੰਜੇ 10 ਹੋ ਗਿਆ। ਹੁਣ ਅਸੀਂ ਜੋ ਹੈ 3 ਦੇ ਨਾਲ ਭਾਗ ਦੇਵਾਂਗੇ, 3 ਪੰਜੇ 15, ਤੇ ਹੁਣ ਸਾਰੇ ਹੀ 5 ਨੇ ਤਾਂ 5 ਦੇ ਨਾਲ ਭਾਗ ਦੇਵਾਂਗੇ, 5 ਏਕਮ 5, 5 ਏਕਮ 5 ਤੇ 5 ਏਕਮ 5।
ਸਾਨੂੰ ਇਹਨਾਂ ਦਾ ਲਘੁੱਤਮ ਸਮਾਪ ਵਰਤਿਆ ਲੈਣਾ ਹੈ। ਤਾਂ ਜਿਹੜੇ ਵੀ ਇਹਨਾਂ ਦੇ ਜੋ ਹੈ ਇਹ ਅਭਾਜ ਗੁਣਨਖੰਡ ਆਏ ਨੇ, ਇਹਨਾਂ ਨੂੰ ਅਸੀਂ ਗੁਣਾ ਕਰਾਂਗੇ। ਹਾਂਜੀ, 2 ਦੂਣੀ 4 ਹੋ ਗਿਆ, 4 ਤੀਏ 12 ਹੋ ਗਿਆ, 12 ਪੰਜੇ 60 ਹੋ ਗਿਆ। ਦੇਖੋ ਇੱਥੇ ਨਾ ਮੈਂ ਇੱਕ ਗੱਲ ਦੱਸਦਾ ਵੀ ਜਿਹੜਾ 10 15 ਤੇ 20 ਸੀ ਨਾ ਉਹ ਮਿੰਟ ਸੀ। ਇਹ ਜੋ 10 15 ਤੇ 20 ਹੈਗੇ ਸੀ ਨਾ ਇਹ ਮਿੰਟ ਸੀ। ਇਹਦਾ ਮਤਲਬ ਵੀ ਜਿਹੜਾ ਇਹ 60 ਆਇਆ ਹੈ ਨਾ ਇਹ ਵੀ ਜੋ ਹੈ ਮਿੰਟ ਦੇ ਵਿੱਚ ਸਾਡਾ ਜੋ ਹੈ ਲਘੁੱਤਮ ਸਮਾਪ ਵਰਤਿਆ ਆਇਆ ਹੈ। ਤੇ ਸਾਨੂੰ ਪਤਾ ਹੈ ਵੀ 60 ਮਿੰਟ ਦਾ, ਜੇ 60 ਮਿੰਟ ਨੂੰ ਅਸੀਂ ਘੰਟੇ ਦੇ ਵਿੱਚ ਮਤਲਬ ਅਗਰ ਲਿਖਣਾ ਹੈ ਤਾਂ ਇਹ ਜੋ ਹੈ 1 ਘੰਟੇ ਦੇ ਬਰਾਬਰ ਹੁੰਦਾ ਹੈ। ਠੀਕ ਹੈ, 60 ਮਿੰਟ ਜੋ ਹੈ ਉਹ 1 ਘੰਟੇ ਦੇ ਬਰਾਬਰ ਹੁੰਦੇ ਹੈ। 10 15 ਤੇ 20 ਜੋ ਹੈ ਇਹ ਮਿੰਟ ਹੋ ਗਏ ਤੇ ਇਹਨਾਂ ਦਾ ਜੋ ਲਘੁੱਤਮ ਸਮਾਪ ਵਰਤਿਆ ਆਇਆ ਹੈ ਉਹ 60 ਮਿੰਟ ਹੈ। ਦੇਖੋ 10 ਦੇ ਨਾਲ ਮਿੰਟ ਹੈ, 15 ਦੇ ਨਾਲ ਮਿੰਟ ਹੈ, 20 ਦੇ ਨਾਲ ਮਿੰਟ ਹੈ। ਤਾਂ ਇਹਨਾਂ ਦਾ ਜੋ ਲਘੁੱਤਮ ਸਮਾਪ ਵਰਤਿਆ ਆਇਆ ਹੈ ਉਹ ਵੀ ਜੋ ਹੈ ਮਿੰਟ ਦੇ ਵਿੱਚ ਹੀ ਆਇਆ ਹੈ, 60 ਮਿੰਟ। ਹੁਣ 60 ਮਿੰਟ ਨੂੰ ਅਗਰ ਅਸੀਂ ਘੰਟੇ ਦੇ ਵਿੱਚ ਲਿਖਣਾ ਹੈ ਤਾਂ 60 ਮਿੰਟ ਜੋ ਹੈ ਉਹ ਬਰਾਬਰ ਹੋ ਗਏ 1 ਘੰਟੇ ਦੇ। ਠੀਕ ਹੈ, ਹਾਂਜੀ। ਤਾਂ ਹੁਣ ਕਰਾਂਗੇ ਕੀ ਅਸੀਂ, ਸਾਨੂੰ ਨਾ ਇਹਨਾਂ ਨੇ ਦੇ ਰੱਖਿਆ ਸੀ ਵੀ ਸਵੇਰੇ 9 ਵਜੇ ਜੋ ਹੈ ਇਹ ਇਕੱਠੀਆਂ ਵੱਜਦੀਆਂ ਨੇ ਜੋ ਘੰਟੀਆਂ ਨੇ। ਤਾਂ ਇਸ 9 ਦੇ ਵਿੱਚ 1 ਮਿੰਟ ਸਰਾ, ਹਾਂਜੀ, ਇਸ 9 ਦੇ ਵਿੱਚ ਨਾ ਅਸੀਂ ਉਹ ਵਾਲੇ 60 ਮਿੰਟ ਜੋ ਕਿ 1 ਘੰਟੇ ਦੇ ਬਰਾਬਰ ਨੇ ਉਹ ਜੋ ਹੈ ਜੋੜ ਦੇਣੇ ਨੇ। ਤਾਂ 9 ਦੇ ਵਿੱਚ 1 ਜੋੜਾਂਗੇ ਤਾਂ ਇਹ ਬਣ ਜਾਏਗਾ 10। ਹਾਂਜੀ, ਤਾਂ 10 ਵਜੇ ਉਹ ਜੋ ਹੈ ਦੁਬਾਰਾ ਤੋਂ ਜੋ ਹੈ ਉਹ ਘੰਟੀਆਂ ਜੋ ਹੈ ਇਕੱਠੀਆਂ ਵੱਜਣਗੀਆਂ। ਠੀਕ ਹੈ, 1 ਘੰਟੇ ਬਾਅਦ 9 ਦੇ ਵਿੱਚ 1 ਜੋੜ ਦਾਂਗੇ ਤਾਂ ਉਹ ਬਣ ਜਾਏਗਾ 10। ऑप्शन सी जो है 10 बजे ये जो है करेक्ट आंसर है। अगले सानू जो है 4 सवाल उन्होंने जड़े पूछे हैं। पहले जड़ा 16वां ते 17वां सवाल है उहदे वास्ते सानू इस वाले पैटर्न जो है चंगी तरह जो है समझ के जवाब देना है। ਤੇ ਜਿਹੜਾ 18ਵਾਂ ਤੇ 19ਵਾਂ ਸਵਾਲ ਹੈ ਉਹਦੇ ਵਾਸਤੇ ਅਗਲੇ ਵਾਲੇ ਪੈਟਰਨ ਨੂੰ ਸਮਝ ਕੇ ਜੋ ਹੈ ਜਵਾਬ ਦੇਣਾ ਹੈ। ਤਾਂ ਪਹਿਲਾ ਅਸੀਂ ਜੋ ਹੈ ਇਹ ਪਹਿਲੇ ਵਾਲਾ ਸਮਝ ਲੈਂਦੇ ਹਾਂ। ਦੇਖੋ ਉੱਪਰ ਇਹਨਾਂ ਨੇ ਲਿਖਿਆ ਵੀ ਹੈ ਵੀ ਇਸ ਪੈਟਰਨ ਨੂੰ ਚੰਗੀ ਤਰ੍ਹਾਂ ਸਮਝ ਕੇ ਪ੍ਰਸ਼ਨ ਨੰਬਰ 16 ਤੋਂ ਪ੍ਰਸ਼ਨ ਨੰਬਰ 20 ਤੱਕ ਦੇ ਜਵਾਬ ਦਿਓ। ਹਾਂਜੀ, ਇਸ ਨੂੰ ਨਾ ਜ਼ਰਾ ਧਿਆਨ ਦੇ ਨਾਲ ਦੇਖਣਾ। ਇਹਨਾਂ ਨੇ ਨਾ ਇੱਥੇ ਸਿਰਫ ਟਾਂਕ ਸੰਖਿਆਵਾਂ ਦੀ ਗੱਲ ਕੀਤੀ ਹੈ ਪਹਿਲੇ ਵਾਲੇ ਪੈਟਰਨ ਦੇ ਵਿੱਚ। ਦੇਖੋ ਪਹਿਲੀ ਟਾਂਕ ਸੰਖਿਆ ਕਿਹੜੀ ਹੈ ਉਹ ਹੈ 1। ਤੇ ਹੁਣ ਇਸ ਨੂੰ ਦੇਖੋ ਵੀ ਇਹਨਾਂ ਨੇ ਲਿਖਿਆ ਕੀ ਹੈ 1 ਬਰਾਬਰ ਹੈ 1 ਦੇ, ਤੇ 1 ਨੂੰ ਅਸੀਂ 1 ਗੁਣਾ 1 ਲਿਖ ਸਕਦੇ ਹਾਂ ਕਿਉਂਕਿ 1 ਨੂੰ ਜੇਕਰ ਅਸੀਂ 1 ਦੇ ਨਾਲ ਗੁਣਾ ਕਰਾਂਗੇ ਤਾਂ ਕੋਈ ਫਰਕ ਤਾਂ ਪੈਣਾ ਨਹੀਂ ਹੈ, ਉਸਨੇ 1 ਦੇ ਬਰਾਬਰ ਹੀ ਆਉਣਾ ਹੈ। ਠੀਕ ਹੈ, ਹਾਂਜੀ। ਫਿਰ ਅੱਗੇ ਦੇਖੋ, ਅੱਗੇ ਇਹਨਾਂ ਨੇ ਲਿਖਿਆ ਵੀ ਪਹਿਲੀਆਂ 2 ਟਾਂਕ ਸੰਖਿਆਵਾਂ, ਪਹਿਲੀਆਂ 2 ਟਾਂਕ ਸੰਖਿਆਵਾਂ ਕਿਹੜੀਆਂ ਹੋਣਗੀਆਂ, ਇੱਕ ਤਾਂ 1 ਹੋਏਗਾ ਤੇ ਇੱਕ 3 ਹੋਏਗੀ। ਠੀਕ ਹੈ, ਇਹੀ ਹੁੰਦੀਆਂ ਨਾ ਪਹਿਲੀ ਜੋ ਹੈ 2 ਟਾਂਕ ਸੰਖਿਆਵਾਂ 1 ਤੇ 3। ਹੁਣ ਇਹਨਾਂ ਨੇ ਉਹਨਾਂ ਦੋਵਾਂ ਨੂੰ ਜੋੜ ਦਿੱਤਾ, 1 ਜਮਾ 3 ਇਹ ਬਰਾਬਰ ਆਉਂਦਾ ਹੈ 4 ਦੇ। ਹੁਣ 4 ਨੂੰ ਅਸੀਂ 2 ਗੁਣਾ 2 ਲਿਖ ਸਕਦੇ ਹਾਂ। ਠੀਕ ਹੈ, ਹੁਣ ਅੱਗੇ ਚੱਲਦੇ ਹਾਂ। ਦੇਖੋ ਪਹਿਲੀਆਂ 3 ਟਾਂਕ ਸੰਖਿਆਵਾਂ, ਟਾਂਕ ਸੰਖਿਆਵਾਂ ਕਿਹੜੀਆਂ ਹੁੰਦੀਆਂ ਨੇ ਜਿਨ੍ਹਾਂ ਦਾ ਇਕਾਈ ਦਾ ਅੰਕ 1 3 5 7 ਜਾਂ 9 ਹੋਵੇ ਜਾਂ ਫਿਰ ਉਹ 2 ਨਾਲ ਭਾਗ ਨਹੀਂ ਹੁੰਦੀਆਂ ਹੋਣ। ਠੀਕ ਹੈ, ਜਿਹੜੀ ਸੰਖਿਆਵਾਂ 2 ਨਾਲ ਭਾਗ ਨਹੀਂ ਹੁੰਦੀਆਂ ਤੇ ਉਹਨਾਂ ਦਾ ਇਕਾਈ ਦਾ ਅੰਕ ਜੋ ਹੈ ਉਹ 1 3 5 7 ਜਾਂ 9 ਹੁੰਦਾ ਹੈ, ਉਹਨਾਂ ਨੂੰ ਅਸੀਂ ਟਾਂਕ ਸੰਖਿਆਵਾਂ ਕਹਿੰਦੇ ਹਾਂ। ਹਾਂਜੀ, ਪਹਿਲੀਆਂ 3 ਟਾਂਕ ਸੰਖਿਆਵਾਂ ਨੂੰ ਦੇਖੋ 1 3 5। ਤੇ ਹੁਣ ਇੱਥੇ ਕੀ ਕੀਤਾ ਹੈ ਇਹਨਾਂ ਨੇ, ਇਹਨਾਂ ਦਾ ਜੋੜ ਕੀਤਾ ਹੈ, ਐਡੀਸ਼ਨ ਕੀਤਾ ਹੈ। 1 ਜਮਾ 3 4 ਹੋ ਗਿਆ, 4 ਜਮਾ 5 9 ਹੋ ਗਿਆ। ਹੁਣ 9 ਨੂੰ ਅਸੀਂ 3 ਗੁਣਾ 3 ਲਿਖ ਸਕਦੇ ਹਾਂ, ਲਿਖ ਸਕਦੇ ਹਾਂ ਨਾ, ਕੋਈ ਇਸ 'ਚ ਪ੍ਰੋਬਲਮ ਤਾਂ ਹੈ ਨਹੀਂ ਹੈ। ਇਸ ਪੈਟਰਨ ਨੂੰ ਸਮਝਦੇ ਜਾਓ ਵੀ ਹੋ ਕੀ ਰਿਹਾ ਹੈ। ਹੁਣ ਇਸ ਤੋਂ ਬਾਅਦ ਦੇਖੋ ਪਹਿਲੀਆਂ 4 ਟਾਂਕ ਸੰਖਿਆਵਾਂ, ਇਹਦੇ ਵਿੱਚ ਕੀ ਹੈ
1 ਆ ਗਿਆ, 3 ਆ ਗਿਆ, 5 ਆ ਗਿਆ ਤੇ 7 ਆ ਗਿਆ। ਠੀਕ ਹੈ, ਚਾਰ ਸੰਖਿਆਵਾਂ ਅਸੀਂ ਪਹਿਲੀਆਂ ਟਾਂਕ ਸੰਖਿਆਵਾਂ ਲੈ ਲਈਆਂ। ਹੁਣ ਇਹਨਾਂ ਚਾਰਾਂ ਨੂੰ ਜੋ ਹੈ ਜੋੜੋ। 1 ਜਮਾ 3 4 ਹੋ ਗਿਆ, 4 ਜਮਾ 5 9 ਹੋ ਗਿਆ, 9 ਜਮਾ 7 16 ਹੋ ਗਿਆ। 16 ਨੂੰ ਅਸੀਂ 4 ਗੁਣਾ 4 ਲਿਖ ਸਕਦੇ ਹਾਂ। ਠੀਕ ਹੈ, ਹੁਣ ਇਸ ਪੈਟਰਨ ਨੂੰ ਸਮਝੋ ਵੀ ਇਸ ਪੈਟਰਨ ਦੇ ਅਕੋਰਡਿੰਗ ਕੀ ਹੋ ਰਿਹਾ ਹੈ। ਹਾਂਜੀ ਦੇਖੋ, ਜਦ ਤਾਂ ਪਹਿਲੀ ਵਾਲੀ ਟਾਂਕ ਸੰਖਿਆ ਸੀ ਉਸਨੂੰ ਅਸੀਂ 1 ਗੁਣਾ 1 ਦੇ ਬਰਾਬਰ ਲਿਖਿਆ। ਜਿਹੜੀ ਦੂਜੀ ਵਾਲੀ ਟਾਂਕ ਸੰਖਿਆਵਾਂ ਦਾ ਜੋੜ ਸੀ ਉਸਨੂੰ ਅਸੀਂ 2 ਗੁਣਾ 2 ਦੇ ਬਰਾਬਰ ਲਿਖਿਆ। 3 ਟਾਂਕ ਸੰਖਿਆਵਾਂ ਦੇ ਜੋੜ ਨੂੰ ਅਸੀਂ 3 ਗੁਣਾ 3 ਦੇ ਬਰਾਬਰ ਲਿਖਿਆ। 4 ਟਾਂਕ ਸੰਖਿਆਵਾਂ ਦੇ ਜੋੜ ਨੂੰ ਅਸੀਂ 4 ਗੁਣਾ 4 ਦੇ ਬਰਾਬਰ ਲਿਖਿਆ। ਇਹਦਾ ਮਤਲਬ ਵੀ ਜਿੰਨੀਆਂ ਵੀ ਟਾਂਕ ਸੰਖਿਆਵਾਂ ਦਾ ਜੋੜ ਕਰਨਾ ਹੋਏਗਾ, ਜਿਵੇਂ ਮੰਨ ਲਓ 4 ਦਾ ਅਸੀਂ ਜੋ ਹੈ ਜੋੜ ਕੀਤਾ 1 3 5 7 5 7 ਦਾ। ਠੀਕ ਹੈ, ਤਾਂ ਉਸਨੂੰ ਅਸੀਂ 4 ਗੁਣਾ 4 ਦੇ ਬਰਾਬਰ ਲਿਖ ਲਿਆ। ਤਾਂ ਅਗਰ 5 ਦਾ ਕਰਨਾ ਹੋਏਗਾ ਤਾਂ ਉਸਨੂੰ ਅਸੀਂ ਦੇਖੋ ਇੱਥੇ 5 ਗੁਣਾ 5 ਦੇ ਬਰਾਬਰ ਲਿਖ ਸਕਦੇ ਹਾਂ। ਜੇਕਰ 6 ਦਾ ਕਰਨਾ ਹੋਏਗਾ ਤਾਂ ਉਸਨੂੰ ਅਸੀਂ 6 ਗੁਣਾ 6 ਦੇ ਬਰਾਬਰ ਲਿਖ ਸਕਦੇ ਹਾਂ। ਆਓ ਹੁਣ ਜੋ ਸਵਾਲ ਨੇ ਉਹ ਕਰਦੇ ਹਾਂ। ਇਸ ਪੈਟਰਨ ਨੂੰ ਅਸੀਂ ਸਮਝ ਲਿਆ ਹੈ। ਹਾਂਜੀ, ਸਵਾਲ ਨੰਬਰ 16 ਹੈ ਜੀ, ਉੱਪਰ ਦਿੱਤੇ ਪੈਟਰਨ ਸਮਝਦੇ ਹੋਏ ਪਹਿਲੀਆਂ 6 ਟਾਂਕ ਸੰਖਿਆਵਾਂ ਦਾ ਜੋੜ ਪਤਾ ਕਰੋ। ਦੇਖੋ ਹਾਂਜੀ, ਇਹਨਾਂ ਨੇ ਪਹਿਲੀ 6 ਟਾਂਕ ਸੰਖਿਆਵਾਂ ਕਹੀਆਂ ਨੇ, ਤਾਂ ਪਹਿਲੀ 6 ਟਾਂਕ ਸੰਖਿਆਵਾਂ ਕਿਹੜੀਆਂ ਹੋਣਗੀਆਂ? 1 3 5 7 9 ਤੇ 11। ਠੀਕ ਹੈ, ਇਹੀ ਹੋਣਗੀਆਂ। ਤੇ ਹੁਣ ਇਹਨਾਂ ਨੂੰ ਜੋੜ ਕੇ ਦੇਖ ਲੈਂਦੇ ਹਾਂ। 1 ਜਮਾ 3 ਜਮਾ ਦੇਖੋ 1 ਜਮਾ 3 ਇਹ ਹੋ ਗਿਆ 4 4 ਜਮਾ 5 9 9 ਜਮਾ 7 16 16 ਜਮਾ 9 25 25 ਜਮਾ 11 36। ਤਾਂ ਇਹਨਾਂ ਛੇਆਂ ਨੂੰ ਜਦੋਂ ਅਸੀਂ ਜੋੜਦੇ ਹਾਂ ਤਾਂ ਜੋ ਆਂਦਾ ਹੈ ਉਹ ਹੈ 36 ਜਾਂ 36। ਹੁਣ ਇਸ 36 ਨੂੰ ਅਸੀਂ ਲਿਖ ਸਕਦੇ ਹਾਂ 6 ਗੁਣਾ 6। ਠੀਕ ਹੈ, ਲਿਖ ਸਕਦੇ ਹਾਂ ਨਾ। ਤਾਂ ਇਹਨਾਂ ਨੇ ਸਾਨੂੰ ਇਹੀ ਕਿਹਾ ਸੀ ਵੀ ਉੱਪਰ ਦਿੱਤੇ ਪੈਟਰਨ ਸਮਝਦੇ ਹੋਏ ਪਹਿਲੀ 6 ਟਾਂਕ ਸੰਖਿਆਵਾਂ ਦਾ ਜੋੜ ਪਤਾ ਕਰੋ। ਤਾਂ ਇਹ ਕੀ ਹੋਏਗਾ? 36। ਠੀਕ ਹੈ, ਡੀ ਜੋ ਹੈ ਆਪਸ਼ਨ ਉਹ ਜੋ ਹੈ ਰਾਈਟ ਆਂਸਰ ਹੈ। ਹੁਣ ਅੱਗੇ ਇਹਨਾਂ ਨੇ 10 ਟਾਂਕ ਸੰਖਿਆਵਾਂ ਦਾ ਜੋੜ ਜੋ ਹੈ ਪਤਾ ਕਰਨ ਵਾਸਤੇ ਕਿਹਾ ਹੈ। ਤਾਂ ਤੁਹਾਨੂੰ 10 ਟਾਂਕ ਸੰਖਿਆਵਾਂ ਨੂੰ ਜੋੜਨ ਦੀ ਜੋ ਹੈ ਜ਼ਰੂਰਤ ਨਹੀਂ ਹੈ। ਬਸ ਤੁਹਾਨੂੰ ਜੋ ਹੈ ਇਸ ਪੈਟਰਨ ਨੂੰ ਬਸ ਇੱਕ ਵਾਰੀ ਸਮਝ ਲੈਣਾ ਹੈ ਵੀ ਜਿੰਨੀ ਵੀ ਟਾਂਕ ਸੰਖਿਆਵਾਂ ਦਾ ਸਾਨੂੰ ਜੋ ਹੈ ਜੋੜ ਪਤਾ ਕਰਨ ਵਾਸਤੇ ਕਿਹਾ ਹੈ, ਜਿਵੇਂ ਇੱਥੇ 10 ਟਾਂਕ ਸੰਖਿਆਵਾਂ ਦਾ ਜੋੜ ਪਤਾ ਕਰਨ ਵਾਸਤੇ ਕਿਹਾ ਹੈ, ਤਾਂ ਉਸ ਦੇ ਅਕੋਰਡਿੰਗ ਇੱਥੇ ਅਸੀਂ 10 ਗੁਣਾ 10 ਕਰਾਂਗੇ। ਤੇ 10 ਗੁਣਾ 10 ਜੋ ਹੈ ਉਹ ਕਿਹਦੇ ਬਰਾਬਰ ਹੁੰਦਾ ਹੈ? ਉਹ 100 ਦੇ ਬਰਾਬਰ ਹੁੰਦਾ ਹੈ। ਤੁਹਾਨੂੰ ਜੋ ਹੈ 10 ਟਾਂਕ ਸੰਖਿਆਵਾਂ ਨੂੰ ਜੋੜਨ ਦੀ ਜੋ ਹੈ ਜ਼ਰੂਰਤ ਨਹੀਂ ਹੈ। ਸਿਰਫ ਉਨੀਆਂ ਹੀ ਟਾਂਕ ਸੰਖਿਆਵਾਂ ਨੂੰ ਮਤਲਬ ਸੇਮ ਨੰਬਰ ਦੇ ਨਾਲ ਜੋ ਹੈ, ਜਿਵੇਂ 10 ਕਿਹਾ ਸੀ ਤਾਂ 10 ਨੂੰ 10 ਦੇ ਨਾਲ ਗੁਣਾ ਕਰ ਦਿਓ ਤਾਂ ਜੋ ਵੀ ਸੰਖਿਆ ਆਏਗੀ ਉਹ ਜੋ ਹੈ ਪਹਿਲੀ 10 ਟਾਂਕ ਸੰਖਿਆਵਾਂ ਦੇ ਜੋੜ ਦੇ ਜੋ ਹੈ ਬਰਾਬਰ ਹੋਏਗੀ। ਹਾਂਜੀ, 100 ਜੋ ਹੈ ਇਸ ਦਾ ਰਾਈਟ ਆਂਸਰ ਹੈ। ਉੱਪਰ ਦਿੱਤੇ ਪੈਟਰਨ ਸਮਝਦੇ ਹੋਏ ਪਹਿਲੀਆਂ 10 ਟਾਂਕ ਸੰਖਿਆਵਾਂ ਦਾ ਜੋੜ ਜੋ ਹੈ ਉਹ ਹੈ ਆਪਸ਼ਨ ਸੀ 100। ਹੁਣ ਅਗਲਾ ਜੋ ਹੈ ਦੇਖ ਲੈਂਦੇ ਹਾਂ। ਅਗਲਾ ਇਹਦੇ ਵਿੱਚ ਇਹਨਾਂ ਨੇ ਸਾਨੂੰ ਜਿਸਤ ਸੰਖਿਆ ਬਾਰੇ ਕਿਹਾ ਹੈ। ਹਾਂਜੀ, ਇੱਥੇ ਇਹਨਾਂ ਨੇ ਟਾਂਕ ਲਿਖਿਆ ਹੋਇਆ ਹੈ, ਇਹ ਗਲਤ ਹੈ। ਇੱਥੇ ਜਿਸਤ ਸੰਖਿਆ ਆਏਗਾ। ਜਿਹੜਾ ਇਹ 2 ਹੁੰਦਾ ਹੈ ਇਹ ਜਿਸਤ ਸੰਖਿਆ ਹੈ। ਦੇਖੋ 2 ਬਰਾਬਰ ਹੈ 2 ਦੇ, ਤੇ 2 ਨੂੰ ਅਸੀਂ ਕੀ ਲਿਖ ਸਕਦੇ ਹਾਂ? 1 ਗੁਣਾ 2। ਠੀਕ ਹੈ, ਲਿਖ ਸਕਦੇ ਹਾਂ ਨਾ। ਹਾਂਜੀ, ਇਸ ਤੋਂ ਬਾਅਦ ਜ਼ਰਾ ਦੇਖੋ, ਇਹ ਤਾਂ ਪਹਿਲੀ ਜਿਸਤ ਸੰਖਿਆ ਹੋ ਗਈ 2। ਹੁਣ ਅਗਲੀ ਮਤਲਬ 2 ਜਿਸ ਸੰਖਿਆਵਾਂ ਲੈਂਦੇ ਆ, ਇੱਕ ਤਾਂ 2 ਹੋ ਗਿਆ ਤੇ ਇੱਕ 4 ਹੋ ਗਿਆ। ਇਹਨਾਂ ਦਾ ਜੋੜ ਕਰੋ, ਕਿੰਨਾ ਆਉਂਦਾ? 6। 6 ਨੂੰ ਅਸੀਂ ਲਿਖ ਸਕਦੇ ਹਾਂ 2 ਗੁਣਾ 3। ਹੁਣ ਪਹਿਲੀਆਂ 3 ਜਿਸ ਸੰਖਿਆਵਾਂ 2 4 ਤੇ 6, ਇਹਨਾਂ ਦਾ ਜੋੜ ਕਰੋ, ਇਹ ਆਉਂਦਾ 12। 2 ਜਮਾ 4 6 ਹੋ ਗਿਆ, 6 ਜਮਾ 6 12 ਹੋ ਗਿਆ। ਇਸ ਨੂੰ ਅਸੀਂ ਲਿਖ ਸਕਦੇ ਹਾਂ 3 ਗੁਣਾ 4। ਠੀਕ ਹੈ, ਫਿਰ ਅਗਲੀਆਂ 4 ਜਿਸ ਸੰਖਿਆਵਾਂ ਦਾ ਜੋੜ ਕਰੋ, 2 4 6 ਤੇ 8। ਠੀਕ ਹੈ, ਤੇ ਇਹਨਾਂ ਦਾ ਜੋੜ ਕਰਦੇ ਹਾਂ ਤਾਂ 20 ਆਉਂਦਾ ਹੈ। 20 ਨੂੰ ਅਸੀਂ ਲਿਖ ਸਕਦੇ ਹਾਂ 4 ਗੁਣਾ 5। ਹੁਣ ਇਸ ਪੈਟਰਨ ਨੂੰ ਜ਼ਰਾ ਸਮਝੋ ਵੀ ਇਸ ਪੈਟਰਨ ਦੇ ਅਕੋਰਡਿੰਗ ਕੀ ਸਾਨੂੰ ਜੋ ਹੈ ਪਤਾ ਲੱਗ ਰਿਹਾ ਹੈ ਵੀ ਦੇਖੋ, ਜਦ ਸਾਡੇ ਕੋਲ ਪਹਿਲੀ ਜੋ ਹੈ ਜਿਸ ਸੰਖਿਆ ਸੀ 1, ਤਾਂ ਉਸਨੂੰ ਅਸੀਂ 1 ਗੁਣਾ 2 ਲਿਖਿਆ। ਠੀਕ ਹੈ, ਜਦ ਅਸੀਂ 2 ਜਿਸ ਸੰਖਿਆਵਾਂ ਦਾ ਜੋੜ ਕੀਤਾ ਤਾਂ ਉਹ ਅਸੀਂ ਬਰਾਬਰ ਲਿਖਿਆ ਹੈ 2 ਗੁਣਾ 3 ਦੇ।
ਇਹਦਾ ਮਤਲਬ ਕੀ ਹੋਇਆ ਵੀ ਜਿੰਨੀਆਂ ਜਿਸ ਸੰਖਿਆਵਾਂ ਅਸੀਂ ਜੋੜ ਰਹੇ ਹਾਂ, ਜਿਵੇਂ ਦੋ ਜਿਸ ਸੰਖਿਆਵਾਂ ਅਸੀਂ ਜੋੜੀਆਂ ਨੇ, ਤਾਂ ਉਹਨਾਂ ਦਾ ਜੋੜ ਹੈ ਜੋ ਉਹ 2 ਗੁਣਾ 3 ਦੇ ਬਰਾਬਰ ਆਇਆ। ਇੱਕ ਵਾਰੀ ਫਿਰ ਸਮਝਣਾ ਇਸ ਨੂੰ। ਜਿਵੇਂ ਹੁਣ ਮੰਨ ਲਓ 3 ਜਿਸ ਸੰਖਿਆਵਾਂ ਨੇ 2 4 ਅਤੇ 6, ਠੀਕ ਹੈ, ਉਹਨਾਂ ਦਾ ਜੋੜ ਆਉਂਦਾ ਹੈ 12, ਅਤੇ ਇਸ ਨੂੰ ਅਸੀਂ ਕਿਵੇਂ ਲਿਖ ਰਹੇ ਹਾਂ 3 ਗੁਣਾ 4। ਹੁਣ 3 ਤਾਂ ਇਹ ਹੋ ਗਿਆ ਜਿਸ ਸੰਖਿਆਵਾਂ, ਅਤੇ 4 ਜੋ ਹੈ ਉਸ ਤੋਂ ਅਗਲੇ ਵਾਲਾ ਨੰਬਰ ਹੋ ਗਿਆ। ਇਸ ਪੈਟਰਨ ਨੂੰ ਸਮਝੋ, 3 ਗੁਣਾ 4। ਹੁਣ 4 ਜਿਸ ਸੰਖਿਆਵਾਂ ਸੀ 2 4 6 ਅਤੇ 8, ਠੀਕ ਹੈ, ਅਤੇ ਇਹਦੇ ਵਿੱਚ ਜੋੜ ਕਰਕੇ ਆਉਂਦਾ ਹੈ 20, ਅਤੇ 20 ਨੂੰ ਅਸੀਂ ਕਿਵੇਂ ਲਿਖ ਪਾ ਰਹੇ ਹਾਂ 4 ਗੁਣਾ 5, ਮਤਲਬ ਇਹ ਵਾਲਾ 4 ਤਾਂ ਜਿਸ ਸੰਖਿਆਵਾਂ ਦਾ ਆ ਗਿਆ, ਠੀਕ ਹੈ, ਅਤੇ ਇਹ ਜੋ 5 ਹੈ ਨਾ, 4 ਤੋਂ ਬਾਅਦ ਅਗਲਾ ਅੰਕ ਕੀ ਹੁੰਦਾ ਹੈ 5 ਹੁੰਦਾ ਹੈ। ਤਾਂ ਹੁਣ ਇਸ ਪੈਟਰਨ ਤੋਂ ਸਾਨੂੰ ਕੀ ਸਮਝ ਆਉਂਦਾ ਹੈ ਵੀ ਜੇਕਰ ਅਸੀਂ ਜਿਸ ਸੰਖਿਆਵਾਂ ਦਾ ਜੋੜ ਪਤਾ ਕਰਨਾ ਹੈ, ਠੀਕ ਹੈ, ਜਿੰਨੀਆਂ ਵੀ ਜਿਸ ਸੰਖਿਆਵਾਂ ਦਾ ਜੋੜ ਪਤਾ ਕਰਨਾ ਹੈ, ਤਾਂ ਮੰਨ ਲਓ ਅਸੀਂ 6 ਜਿਸ ਸੰਖਿਆਵਾਂ ਦਾ ਜੋੜ ਪਤਾ ਕਰਨਾ ਹੈ ਨਾ, ਇਹਦੇ ਵਾਸਤੇ ਅਸੀਂ ਕਰਾਂਗੇ ਕਿ 6 ਗੁਣਾ 7। ਇਹ ਹੁਣ ਕਿਵੇਂ ਸਾਨੂੰ ਪਤਾ ਚੱਲਿਆ ਵੀ 6 ਗੁਣਾ 7 ਕਰਨਾ ਹੈ? ਇਸ ਪੈਟਰਨ ਨੂੰ ਸਮਝ ਕੇ। ਕਿਉਂਕਿ ਜਦੋਂ ਅਸੀਂ ਪਹਿਲੀ ਵਾਰੀ ਜਿਸ ਸੰਖਿਆ ਦਾ ਜੋ ਜੋੜ ਸੀ ਉਹ ਪਤਾ ਕਰਨਾ ਸੀ ਤਾਂ 2 ਨਾਲ ਗੁਣਾ ਕੀਤਾ, 2 ਜਿਸ ਸੰਖਿਆਵਾਂ ਦਾ ਜੋੜ ਪਤਾ ਕਰਨਾ ਸੀ ਤਾਂ 3 ਨਾਲ ਗੁਣਾ ਕੀਤਾ, 3 ਜਿਸ ਸੰਖਿਆਵਾਂ ਦਾ ਜੋੜ ਪਤਾ ਕਰਨਾ ਸੀ ਤਾਂ 4 ਨਾਲ ਗੁਣਾ ਕੀਤਾ, 4 ਜਿਸ ਸੰਖਿਆਵਾਂ ਦਾ ਜੋੜ ਪਤਾ ਕਰਨਾ ਸੀ ਤਾਂ 5 ਨਾਲ ਗੁਣਾ ਕੀਤਾ। ਤਾਂ ਇਹ ਉਹ ਮਤਲਬ ਇਸੀ ਪੈਟਰਨ ਨੂੰ ਵੇਖਦੇ ਹੋਏ ਜੇਕਰ ਅਸੀਂ 7 ਜਿਸ ਸੰਖਿਆਵਾਂ ਦਾ ਜੋੜ ਪਤਾ ਕਰਨਾ ਹੈ ਤਾਂ 7 ਨੂੰ ਫਿਰ 8 ਦੇ ਨਾਲ ਗੁਣਾ ਕਰਾਂਗੇ। ਆਈ ਹੋਪ ਕਿ ਤੁਹਾਨੂੰ ਇਹ ਸਮਝ ਆ ਗਿਆ ਹੋਣਾ ਹੈ। ਹੁਣ ਇसी ਦੇ ਬੇਸਡ ਜੋ ਹੈ ਮਤਲਬ 2 ਕੁਐਸਚਨ ਹੈ ਉਹ ਦੇਖ ਲੈਂਦੇ ਹਾਂ। ਹਾਂਜੀ, ਸਵਾਲ ਨੰਬਰ 18 ਦੇ ਵਿੱਚ ਕਹਿ ਰਹੇ ਹੈ ਉੱਪਰ ਦਿੱਤੇ ਪੈਟਰਨ ਸਮਝਦੇ ਹੋਏ ਪਹਿਲੀਆਂ 8 ਜਿਸ ਸੰਖਿਆਵਾਂ ਦਾ ਜੋੜ ਪਤਾ ਕਰੋ। ਤਾਂ ਸਾਨੂੰ ਜੋ ਹੈ 8 ਜਿਸ ਸੰਖਿਆਵਾਂ ਦਾ ਜੋ ਹੈ ਜੋੜ ਪਤਾ ਕਰਨ ਵਾਸਤੇ ਕਿਆ ਹੈ, ਤਾਂ ਇੱਥੇ 8 ਲਿਖ ਦਾਂਗੇ, ਠੀਕ ਹੈ, ਅਤੇ ਉਹਦੇ ਨਾਲ ਇੱਕ ਅੰਕ ਵਧਾ ਕੇ ਯਾਨੀ ਕਿ 9। ਹਾਂਜੀ, 8 ਗੁਣਾ 9 ਇਹ ਹੋ ਗਿਆ 72। ਤਾਂ ਪਹਿਲੀਆਂ 8 ਜਿਸ ਸੰਖਿਆਵਾਂ ਦਾ ਜੋ ਜੋੜ ਹੈ ਉਹ ਹੈ 72। 8 ਗੁਣਾ 9 8 ਨਿੰਮੇ 72। ਹਾਂਜੀ, ऑप्शन सी जो है करेक्ट आंसर है 72 ਜਾਂ 72। ਨੈਕਸਟ ਹੈ ਜੀ ਉੱਪਰ ਦਿੱਤੇ ਪੈਟਰਨ ਸਮਝਦੇ ਹੋਏ ਪਹਿਲੀਆਂ 9 ਜਿਸ ਸੰਖਿਆਵਾਂ ਦਾ ਜੋੜ ਪਤਾ ਕਰੋ। ਤਾਂ ਹੁਣ ਸਾਨੂੰ 9 ਜਿਸ ਸੰਖਿਆਵਾਂ ਦਾ ਜੋ ਹੈ ਜੋੜ ਪਤਾ ਕਰਨਾ ਹੈ। ਇਹਦੇ ਵਾਸਤੇ ਹਾਂਜੀ 9 ਨੂੰ ਅਸੀਂ 10 ਦੇ ਨਾਲ ਗੁਣਾ ਕਰਾਂਗੇ। 9 ਗੁਣਾ 10 ਇਹ ਹੋ ਜਾਏਗਾ 90। ਤਾਂ ਪਹਿਲੀਆਂ 9 ਜਿਸ ਸੰਖਿਆਵਾਂ ਦਾ ਜੋੜ ਹੈ 90। ਉੱਪਰ ਦਿੱਤੇ ਪੈਟਰਨ ਸਮਝਦੇ ਹੋਏ ਪਹਿਲੀਆਂ 9 ਜਿਸ ਸੰਖਿਆਵਾਂ ਦਾ ਜੋੜ ਪਤਾ ਕਰੋ। ਇਹ ਹੈ ਆਪਸ਼ਨ ਡੀ 90। ਹਾਂਜੀ, ਲਾਸਟ ਕੁਐਸਚਨ ਹੈ ਜੀ ਇੱਕ ਸੜਕ ਦੇ, ਦੇਖੋ ਇਸ ਸਵਾਲ ਨੂੰ ਨਾ ਮੈਂ ਤੁਹਾਨੂੰ ਡਾਇਗਰਾਮ ਦੇ ਨਾਲ ਸਮਝਾਵਾਂਗਾ, ਠੀਕ ਹੈ, ਇੱਕ ਇੱਕ ਲਾਈਨ ਪੜ੍ਹਦੇ ਚੱਲਦੇ ਹਾਂ ਅਤੇ ਉਸ ਦੇ ਨਾਲ ਡਾਇਗਰਾਮ ਬਣਾਵਾਂਗੇ। ਹਾਂਜੀ, ਇੱਕ ਸੜਕ ਦੇ ਨਾਲ ਨਾਲ 24 ਮੀਟਰ ਦੀ ਸਮਾਨ ਦੂਰੀ 'ਤੇ ਖੰਭੇ ਲੱਗੇ ਹਨ। ਚਲੋ ਪਹਿਲਾਂ ਇੱਕ ਸੜਕ ਬਣਾ ਲੈਂਦੇ ਹਾਂ ਜੀ। ਹਾਂਜੀ, ਮੰਨ ਲਓ ਵੀ ਇਹ ਜੋ ਹੈ ਇੱਕ ਸੜਕ ਹੈ, ਠੀਕ ਹੈ, ਅਤੇ ਪਹਿਲੀ ਲਾਈਨ ਦੇ ਵਿੱਚ ਕਹਿ ਰਹੇ ਹਾਂ ਵੀ ਇੱਕ ਸੜਕ ਦੇ ਨਾਲ ਨਾਲ 24 ਮੀਟਰ ਦੀ ਸਮਾਨ ਦੂਰੀ 'ਤੇ ਖੰਭੇ ਲੱਗੇ ਹਨ। ਅਤੇ ਮੰਨ ਲਓ ਇਹ ਜੋ ਹੈ ਇੱਕ ਖੰਭਾ ਹੋ ਗਿਆ, ਠੀਕ ਹੈ, ਅਤੇ ਇਹ ਜੋ ਹੈ ਇਹ ਦੂਜਾ ਖੰਭਾ ਹੋ ਗਿਆ, ਠੀਕ ਹੈ। ਇਹਨਾਂ ਦੇ ਵਿੱਚ ਜੋ ਦੂਰੀ ਹੈ ਨਾ ਉਹ ਹੈ, ਇਹ ਦੂਰੀ ਹੈ ਦੋ ਖੰਭਿਆਂ ਦੇ ਵਿੱਚ 24 ਮੀਟਰ ਦੀ। ਹਾਂਜੀ, ਉਸੇ ਸੜਕ ਦੇ ਨਾਲ ਨਾਲ ਪੱਥਰਾਂ ਦੇ ਢੇਰ 30 ਮੀਟਰ ਦੀ ਸਮਾਨ ਦੂਰੀ 'ਤੇ ਲੱਗੇ ਹਨ। ਜੇਕਰ ਪਹਿਲੀ ਪੱਥਰਾਂ ਦੀ ਢੇਰੀ ਖੰਭੇ ਦੇ ਹੇਠਲੇ ਭਾਗ ਦੇ ਨਾਲ ਲੱਗੀ ਹੋਈ ਹੋਵੇ, ਹਾਂਜੀ, ਤਾਂ ਘੱਟੋ ਘੱਟ ਕਿੰਨੀ ਦੂਰੀ 'ਤੇ ਦੂਸਰੀ ਢੇਰੀ 'ਤੇ ਖੰਭਾ ਫਿਰ ਇਕੱਠੇ ਹੋਣਗੇ।
ਦੇਖੋ ਇਹਨਾਂ ਨੇ ਕਿਹਾ ਹੈ ਵੀ ਇਹ ਵਾਲੀ ਲਾਈਨ ਪੜੋ, ਜੇਕਰ ਪਹਿਲੀ ਪੱਥਰਾਂ ਦੀ ਢੇਰੀ ਖੰਭੇ ਦੇ ਹੇਠਲੇ ਭਾਗ ਦੇ ਨਾਲ ਲੱਗੀ ਹੋਵੇ ਤਾਂ ਦੇਖੋ ਇਹਦੇ ਵਿੱਚ ਇਹ ਕਹਿ ਰਹੇ ਵੀ ਜਿਹੜਾ ਇਹ ਪਹਿਲੇ ਵਾਲਾ ਖੰਭਾ ਹੈ ਨਾ, ਇਹਦੇ ਨਾਲ ਇੱਥੇ ਜੋ ਹੈ ਇੱਕ ਮਤਲਬ ਇਹਦੇ ਹੇਠਲੇ ਭਾਗ ਦੇ ਨਾਲ ਜੋ ਹੈ ਪੱਥਰਾਂ ਦੀ ਢੇਰੀ ਲੱਗੀ ਹੋਈ ਹੈ। ਤੇ ਦੂਜੀ ਲਾਈਨ 'ਚ ਇਹਨਾਂ ਨੇ ਕਹਿ ਦਿੱਤਾ ਵੀ ਉਸੇ ਸੜਕ ਦੇ ਨਾਲ ਨਾਲ ਪੱਥਰਾਂ ਦੇ ਢੇਰ 30 ਮੀਟਰ ਦੀ ਸਮਾਨ ਦੂਰੀ ਤੇ ਲੱਗੇ ਹਨ। ਵੀ ਇਹਦਾ ਮਤਲਬ ਇਹ ਵੀ ਇਸ ਵਾਲੇ ਢੇਰ ਤੋਂ ਬਾਅਦ ਨਾ, ਪੱਥਰਾਂ ਦੇ ਢੇਰ ਤੋਂ ਬਾਅਦ ਜਿਹੜਾ ਅਗਲਾ ਪੱਥਰਾਂ ਦਾ ਢੇਰ ਆਏਗਾ ਉਹਦੇ ਵਿੱਚ 30 ਮੀਟਰ ਦੀ ਦੂਰੀ ਹੋਏਗੀ। ਠੀਕ ਹੈ, ਇਹ ਕਿਹਾ ਹੈ ਇਹਨਾਂ ਨੇ। ਤੇ ਇਹਨਾਂ ਦਾ ਸਵਾਲ ਇਹ ਹੈ ਵੀ ਦੇਖੋ ਪਹਿਲੇ ਵਾਲਾ ਖੰਭਾ ਜੋ ਹੈ ਉਸਦੇ ਹੇਠਲੇ ਭਾਗ ਤੇ ਇੱਕ ਪੱਥਰਾਂ ਦੀ ਢੇਰੀ ਪਈ ਹੈ। ਠੀਕ ਹੈ, ਤੇ ਖੰਭਾ ਤੇ ਪੱਥਰਾਂ ਦੀ ਢੇਰੀ ਜੋ ਹੈ ਉਹ ਨਾਲ ਨਾਲ ਮਤਲਬ ਜੋ ਹੈ ਇੱਕ ਦੂਜੇ ਦੇ ਹੈਗੇ ਨੇ, ਬਰਾਬਰ ਦੇ ਵਿੱਚ ਹੈਗੇ ਨੇ। ਇਹਨਾਂ ਦਾ ਸਵਾਲ ਇਹ ਹੈ ਵੀ ਦੋ ਖੰਭਿਆਂ ਦੇ ਵਿੱਚ ਜੋ ਦੂਰੀ ਹੈ ਉਹ ਤਾਂ 24 ਮੀਟਰ ਦੀ ਹੈ, ਤੇ ਦੋ ਪੱਥਰਾਂ ਦੀ ਢੇਰੀ ਦੇ ਵਿੱਚ ਜੋ ਦੂਰੀ ਹੈ, ਜਿਵੇਂ ਮੰਨ ਲਓ ਇਹ ਹੈ ਪੱਥਰਾਂ ਦੀ ਢੇਰੀ ਤੇ ਇਹਨਾਂ ਦੇ ਵਿੱਚ ਜੋ ਦੂਰੀ ਹੈ ਉਹ ਹੈ 30 ਮੀਟਰ। ਸਵਾਲ ਇਹ ਹੈ ਦੋ ਖੰਭਿਆਂ ਦੇ ਵਿੱਚ ਜੋ ਦੂਰੀ ਹੈ ਉਹ ਹੈ 24 ਮੀਟਰ ਤੇ ਦੋ ਪੱਥਰਾਂ ਦੀ ਢੇਰੀ ਦੇ ਵਿੱਚ ਜੋ ਦੂਰੀ ਹੈ ਉਹ ਹੈ 30 ਮੀਟਰ। ਤੇ ਪਹਿਲੇ ਵਾਲਾ ਖੰਭਾ ਤੇ ਪਹਿਲੇ ਵਾਲੀ ਜੋ ਪੱਥਰਾਂ ਦੀ ਜੋ ਢੇਰੀ ਹੈ ਉਹ ਮਤਲਬ ਜੋ ਹੈ ਦੋਵੇਂ ਇਕੱਠੇ ਨੇ। ਠੀਕ ਹੈ, ਉਹ ਦੋਵੇਂ ਮਤਲਬ ਇੱਕੋ ਹੀ ਥਾਂ ਤੇ ਜਿੱਥੇ ਖੰਭਾ ਖੜਾ ਹੈ ਉਹਦੇ ਨਾਲ ਹੀ ਜੋ ਹੈ ਪੱਥਰਾਂ ਦੀ ਢੇਰੀ ਲੱਗੀ ਹੋਈ ਹੈ। ਠੀਕ ਹੈ, ਪਹਿਲੇ ਵਾਲਾ ਜੋ ਹੈ ਪੱਥਰ ਦਾ ਢੇਰ। ਤੇ ਸਾਨੂੰ ਇਹ ਦੱਸਣਾ ਹੈ ਵੀ ਇਵੇਂ ਦਾ ਦੁਬਾਰਾ ਤੋਂ ਜੋ ਹੈ ਮਤਲਬ ਸਿਚੁਏਸ਼ਨ ਜੋ ਹੈ ਕਦੋਂ ਆਏਗੀ, ਜਦੋਂ ਖੰਭਾ ਇੱਕ ਵਾਰੀ ਇੱਕ ਮਿੰਟ ਰੁਕੋ ਜ਼ਰਾ। ਹਾਂਜੀ, ਜਦੋਂ ਖੰਭਾ ਤੇ ਪੱਥਰਾਂ ਦੀ ਢੇਰੀ ਜੋ ਹੈ ਦੁਬਾਰਾ ਤੋਂ ਜੋ ਹੈ ਉਹ ਇਕੱਠੇ ਪਏ ਹੋਣਗੇ, ਇਹ ਸਾਨੂੰ ਦੱਸਣਾ ਹੈ ਵੀ ਇਵੇਂ ਦੀ ਸਿਚੁਏਸ਼ਨ ਕਿੰਨੀ ਦੂਰੀ ਜੋ ਹੈ ਤੈਅ ਕਰਨ ਤੋਂ ਬਾਅਦ ਆਏਗੀ ਵੀ ਜੋ ਖੰਭਾ ਹੈ ਤੇ ਜੋ ਪੱਥਰਾਂ ਦੀ ਜੋ ਢੇਰੀ ਹੈ, ਠੀਕ ਹੈ, ਉਹ ਜੋ ਹੈ ਇਕੱਠੇ ਮਤਲਬ ਜੋ ਹੈ ਇੱਕੋ ਸਥਾਨ 'ਤੇ ਮਿਲਣਗੇ। ਤਾਂ ਇਹ ਸਾਨੂੰ ਦੱਸਣਾ ਹੈ ਇਸ ਸਵਾਲ ਦੇ ਵਿੱਚ। ਇਹਦੇ ਵਾਸਤੇ ਕਰਾਂਗੇ ਕਿ ਜੋ 24 ਮੀਟਰ ਹੈ ਤੇ ਜੋ 30 ਮੀਟਰ ਹੈ ਇਹਨਾਂ ਦਾ ਅਸੀਂ ਲਘੁੱਤਮ ਸਮਾਪ ਵਰਤਿਆ ਜੋ ਹੈ ਕੱਢਾਂਗੇ। ਜੋ ਵੀ ਆਏਗਾ ਉਸ ਨਾਲ ਸਾਨੂੰ ਉਹ ਦੂਰੀ ਪਤਾ ਚੱਲ ਜਾਏਗੀ ਜਿਸ ਦੂਰੀ 'ਤੇ ਜੋ ਹੈ ਜੋ ਖੰਭਾ ਹੈ ਤੇ ਜੋ ਪੱਥਰਾਂ ਦੀ ਜੋ ਢੇਰੀ ਹੈ ਉਹ ਇਕੱਠੇ ਹੋ ਜਾਣਗੇ ਦੁਬਾਰਾ ਤੋਂ। ਠੀਕ ਹੈ, ਹਾਂਜੀ। 24 ਮੀਟਰ ਜੋ ਹੈ ਉਹ ਦੋ ਖੰਭਿਆਂ ਦੇ ਵਿਚਕਾਰ ਦੀ ਦੂਰੀ ਹੈ ਤੇ 30 ਮੀਟਰ ਜੋ ਹੈ ਉਹ ਦੋ ਪੱਥਰਾਂ ਦੀ ਢੇਰੀ ਦੇ ਵਿਚਕਾਰ ਦੀ ਦੂਰੀ ਹੈ। ਦੋ ਨਾਲ ਭਾਗ ਦੇਵਾਂਗੇ, ਦੋਵੇਂ ਜੋ ਹੈ ਜਿਸ ਸੰਖਿਆਵਾਂ ਨੇ 12 ਤੇ ਇੱਥੇ ਆ ਗਿਆ 15। ਹਾਂਜੀ, 2 ਛੇਕੇ 12, ਇੱਥੇ ਆ ਗਿਆ 15, 2 ਤੀਏ 6, ਇੱਥੇ ਆ ਗਿਆ 15। ਹਾਂਜੀ, 3 ਏਕਮ 3 ਤੇ 3 ਪੰਜੇ 15, ਲਾਸਟ ਹੈ ਜੀ 5 ਏਕਮ 5। ਹਾਂਜੀ, ਲਘੁੱਤਮ ਸਮਾਪ ਵਰਤੇ ਦੇ ਜੋ ਗੁਣਨਖੰਡ ਆਏ हैं देख लो। 2 गुणा 2 गुणा 2 3 ਤੇ 5, 2 दूनी 4, 4 दूनी 8, 8 ਤੀਏ 24 ਤੇ 24 ਪੰਜੇ 120। ਦੇਖੋ ਜਿਹੜਾ 24 ਤੇ 30 ਹੈਗਾ ਸੀ ਇਹ ਮੀਟਰ ਦੇ ਵਿੱਚ ਹੈਗੇ ਸੀ, ਦੂਰੀਆਂ ਹੈ ਨਾ। 24 ਮੀਟਰ ਜੋ ਹੈ ਦੋ ਖੰਭਿਆਂ ਦੇ ਵਿਚਕਾਰ ਦੀ ਦੂਰੀ ਹੈ ਤੇ 30 ਮੀਟਰ ਜੋ ਹੈ ਉਹ ਦੋ ਪੱਥਰਾਂ ਦੇ ਢੇਰੀ ਦੀ ਵਿਚਕਾਰ ਦੀ ਦੂਰੀ ਹੈ। ਤਾਂ ਸਾਡਾ ਜੋ ਲਘੁੱਤਮ ਸਮਾਪ ਵਰਤਿਆ ਆਇਆ ਹੈ ਉਹ ਵੀ ਜੋ ਹੈ ਮੀਟਰ ਦੇ ਵਿੱਚ ਹੀ ਆਇਆ ਹੈ, 120 ਮੀਟਰ। ਹਾਂਜੀ, ਆਪਸ਼ਨ ਡੀ ਜੋ ਹੈ 120 ਮੀਟਰ, ਆਪਸ਼ਨ ਡੀ 120 ਮੀਟਰ ਜੋ ਹੈ ਇਹ ਜੋ ਹੈ ਕਰੈਕਟ ਆਂਸਰ ਹੈ। ਤਾਂ 120 ਮੀਟਰ ਦੀ ਦੂਰੀ ਤੋਂ ਬਾਅਦ ਜੋ ਹੈ ਇਹਨਾਂ ਨੇ ਸਾਨੂੰ ਪੁੱਛਿਆ ਸੀ ਨਾ ਵੀ ਘੱਟੋ ਘੱਟ ਕਿੰਨੀ ਦੂਰੀ ਤੇ ਦੂਸਰੀ ਢੇਰੀ ਤੇ ਖੰਭਾ ਫਿਰ ਇਕੱਠੇ ਹੋਣਗੇ। ਤਾਂ 120 ਮੀਟਰ ਦੀ ਦੂਰੀ ਤੇ ਜੋ ਹੈ ਦੂਸਰੀ ਢੇਰੀ ਪੱਥਰਾਂ ਦੀ ਤੇ ਖੰਭਾ ਜੋ ਹੈ ਉਹ ਫਿਰ ਇਕੱਠੇ ਹੋਣਗੇ।